ਆਮ ਆਦਮੀ ਪਾਰਟੀ ਵੱਲੋਂ ਇੱਕ ਵੱਡਾ ਐਲਾਨ ਕਰਦੇ ਹੋਏ 7th ਪੇ ਕਮਿਸ਼ਨ ਜਿਹੜਾ ਹੈ ਉਹ ਲਾਗੂ ਕੀਤਾ ਗਿਆ ਹੈ। ਟੀਚਰਸ ਨੂੰ ਬਹੁਤ-ਬਹੁਤ ਮੁਬਾਰਕ, ਕਿਉਂਕਿ ਕਾਫੀ 3-4 ਸਾਲ ਤੋਂ ਸੰਘਰਸ਼ ਕਰ ਰਹੇ ਸੀ ਯੂਨੀਵਰਸਿਟੀ ਤੇ ਕਾਲਜ ਦੇ ਟੀਚਰਸ। ਜਿਹੜੀ ਪਿਛਲੀ ਸਰਕਾਰ ਕਾਂਗਰਸ ਸਰਕਾਰ ਕਹਿ ਰਹੀ ਸੀ ਕਿ ਇਹਨੂੰ ਡੀ ਲਿੰਕ ਕਰ ਦੇਣਾ, ਉਹਦੇ ਨਾਲ ਇੰਨਾ ਕਿ ਜ਼ਿਆਦਾ ਨੁਕਸਾਨ ਹੋ ਜਾਂਦਾ ਹਾਇਰ ਐਜੂਕੇਸ਼ਨ ਦਾ। ਕੀ ਹੈਗਾ ਸੀ ਉਹ, ਕੀ ਮਾਮਲਾ ਸੀ, ਕਿਹਦੇ ਨਾਲ ਮਿਲੇ ਸੀ ਤੁਸੀਂ, ਕਿੰਨੇ ਤੁਹਾਨੂੰ ਕਿਹਾ ਸੀ ਡੀ ਲਿੰਕ ਕਰ ਦੇਣਾ, ਕੀ ਸੀ ਸਾਰਾ? ਸਾਡੇ ਸਾਥੀ ਜਿਹੜੇ ਨੇ ਉਹ ਮੇਰੇ ਮਤਲਬ ਪੁਰਾਣੇ ਕੁਲੀਗ ਵੀ ਸੀਗੇ, ਪਰ ਉਹ ਸਾਰੇ ਆਫਿਸ ਬੇਅਰਰਸ ਮਿਲਦੇ ਰਹੇ ਨੇ, ਐਜੂਕੇਸ਼ਨ ਮਿਨਿਸਟਰ ਨੂੰ ਮਿਲਦੇ ਰਹੇ ਅਲੱਗ-ਅਲੱਗ ਟਾਈਮ ਤੇ, ਔਰ ਖਾਸ ਕਰ ਮਨਪ੍ਰੀਤ ਬਾਦਲ ਨੂੰ ਜਦੋਂ ਮਿਲੇ ਤੇ ਇਹਨਾਂ ਨੂੰ ਬਹੁਤ ਹੀ ਨੈਗੇਟਿਵ ਰਵੱਈਆ ਲੱਗਾ। ਉਹ ਕਹਿੰਦੇ ਜੀ ਡੀ ਲਿੰਕ ਨੂੰ ਕਰ ਦੇਣੇ ਆ, ਔਰ ਡੀ ਲਿੰਕ ਦਾ ਮਤਲਬ ਹੁੰਦਾ ਹੈ ਕਿ UGC ਦੇ ਗ੍ਰੇਡ ਨਾਲ ਕੋਈ ਲਿੰਕ ਨਹੀਂ ਰਹੇਗਾ। ਕੀ ਨੁਕਸਾਨ ਕੀ ਹੈ? ਕਈ ਇੰਜੀਨੀਅਰਿੰਗ ਕਾਲਜ ਜਿਹੜੇ ਉਹ ਬੰਦ ਹੋ ਗਏ, ਕਈ ਬੰਦ ਹੋਣ ਦੀ ਕਗਾਰ ਤੇ ਹੈ। ਕੀ ਇਹ UGC ਦੇ ਜਿਹੜਾ ਪੇ ਕਮਿਸ਼ਨ ਨਹੀਂ ਲਾਗੂ ਕੀਤਾ ਉਹਦੇ ਕਰਕੇ? ਸਰਕਾਰ ਨੇ ਸਾਰਾ ਕੁਝ ਦੇਖਣਾ ਹੁੰਦਾ ਹੈ, ਰਿਸੋਰਸਿਸ ਕਿੰਨੇ ਨੇ ਔਰ ਇਹਦੀ ਟਾਈਮਿੰਗ ਕੀ ਹੋਏਗੀ, ਕਦੋਂ ਲਾਗੂ ਕਰਨਾ। ਜਿਸ ਤਰ੍ਹਾਂ ਹੁਣ ਕਾਫੀ ਦੇਰ ਹੋ ਗਈ ਸੀ, ਅਸੀਂ 5 ਮਹੀਨੇ ਤੋਂ ਜਿਹੜਾ ਆ ਉਹ ਐਕਸਪੈਕਟ ਕਰ ਰਹੇ ਸੀ, ਟੀਚਰ ਜਿਹੜੇ ਬਾਰ-ਬਾਰ ਕਹਿ ਰਹੇ ਸੀ, ਔਰ 5 ਸਤੰਬਰ ਟੀਚਰਸ ਡੇ ਵਾਲੇ ਦਿਨ ਅਨਾਉਂਸ ਕਰਤਾ। ਜਿਸ ਤਰ੍ਹਾਂ ਬਿਜਲੀ ਹੈ, ਪਾਣੀ ਹੈ, ਸੜਕਾਂ ਹੈ, ਰੇਲਵੇ ਹੈ, ਪੋਸਟ ਆਫਿਸ ਹੈ, ਪਬਲਿਕ ਯੂਟਿਲਿਟੀ ਸਰਵਿਸਿਜ਼ ਹੈ। ਇਹ ਸਰਕਾਰਾਂ ਦਾ ਕੰਮ ਹੈ ਕਿ ਫ੍ਰੀ ਦੇਣ। ਇਹ ਨਹੀਂ ਹੈ ਕਿ ਕਲਰ TV ਦੇ ਦਿਓ, ਸਾੜੀਆਂ ਦੇ ਦਿਓ, ਜੋ ਜੈ ਲਲਿਤਾ ਨੇ ਕੀਤਾ ਸੀਗਾ ਤਾਮਿਲਨਾਡੂ ਦੇ ਵਿੱਚ। ਇਹ ਉਹ ਗੱਲ ਨਹੀਂ ਹੈ। ਬਿਜਲੀ ਫ੍ਰੀ ਦਿੱਤੀ ਹੈ ਨਾ, ਐਜੂਕੇਸ਼ਨ ਫ੍ਰੀ ਹੋਏਗੀ, ਹੈਲਥ ਦੇ ਮਹੱਲਾ ਕਲੀਨਿਕਸ ਜਿਹੜੀਆਂ ਉਹਦੇ 'ਚ ਫ੍ਰੀ ਟੈਸਟ ਹੋਣਗੇ, ਫ੍ਰੀ। ਇਹ ਚੀਜ਼ਾਂ ਨੇ, ਇਹ ਤੇ ਦੇਣੀਆਂ ਹਰ ਇੱਕ ਸਰਕਾਰ, ਹਰ ਇੱਕ ਰਾਜ ਨੂੰ ਦੇਣੀਆਂ ਚਾਹੀਦੀਆਂ। ਜਿਸ ਦੇਸ਼ 'ਚ ਗਰੀਬੀ ਇੰਨੀ ਕੁ ਕਿ 20% ਦੇ ਕੋਲ ਗਰੀਬੀ ਰੇਖਾ ਤੋਂ ਥੱਲੇ ਨੇ ਲੋਕ, ਯਾਨੀ ਕਿ 2 ਟਾਈਮ ਦੀ ਰੋਟੀ ਵੀ ਨਹੀਂ ਮਿਲਦੀ, ਤੇ ਸਰਕਾਰ ਦਾ ਕੰਮ ਨਹੀਂ ਹੈ ਕਿ ਉਹਨਾਂ ਨੂੰ ਜਿਹੜਾ ਬੇਸਿਕ ਨੈਸੈਸਿਟੀਜ਼ ਦੇਵੇ। ਤੇ ਕੱਲ ਜਿਹੜਾ ਤਲਬੀਰ ਸਿੰਘ ਗਿੱਲ ਵੱਲੋਂ ਕਿਹਾ ਗਿਆ ਕਿ ਇਹ ਆਪੇ ਹੀ ਜਿਹੜਾ ਪ੍ਰਿੰਟ ਕਰ ਕਰਕੇ ਬਿੱਲ ਦੇਈ ਜਾਂਦੇ ਨੇ, ਤੁਸੀਂ ਮੇਰੇ ਨਾਲ ਚੱਲੋ। ਮੇਰੇ ਹਲਕੇ ਦੇ ਵਿੱਚ ਸਾਊਥ ਦੀ ਗੱਲ ਕੀਤੀ ਉਹਨਾਂ ਨੇ। ਮੈਂ ਤੁਹਾਨੂੰ ਦੱਸਣਾ, ਕਿਤੇ ਜ਼ੀਰੋ ਆਇਆ ਹੋਵੇ ਬਿੱਲ ਤੇ ਮੈਂ ਤੁਹਾਨੂੰ ਜੋ ਕਹੂੰਗਾ ਤੇ ਮੈਂ ਸਰਕਾਰ ਦਾ ਧੰਨਵਾਦ ਕਰੂੰਗਾ। ਇਹ ਝੂਠੇ ਜਿਹੜੇ ਹੈਗੇ ਆ ਦਾਅਵੇ ਕਰੀ ਜਾਂਦੇ। ਲੋਕਾਂ ਨੇ ਕਿਤੇ ਇਹਦਾ ਵਿਰੋਧ ਕੀਤਾ ਵੀ ਸਾਡਾ ਨਹੀਂ ਆਇਆ ਜੀ, 300 ਤੋਂ ਮਹੀਨੇ ਦਾ ਘੱਟ ਬਿੱਲ, ਘੱਟ ਯੂਨਿਟ ਬਲੇ ਜਾਂ 600 ਤੋਂ ਘੱਟ ਬਲੇ ਨੇ 2 ਮਹੀਨੇ 'ਚ। ਕਿਸੇ ਬੰਦੇ ਨੇ ਕਿਹਾ ਤੇ ਲਿਆਓ, ਅਸੀਂ ਕਰਾ ਦਿੰਦੇ ਹਾਂ ਉਸੇ ਵੇਲੇ। ਤੇ ਤਲਵੀਰ ਜੀ ਜੇ ਕਹਿੰਦੇ ਨੇ ਤੇ ਆ ਕੇ ਮੇਰੇ ਨਾਲ ਡਿਸਕਸ ਕਰ ਲੈਣ, ਜਾਂ ਸਾਡੇ ਜਿਹੜੇ ਮੰਤਰੀਆਂ ਨਾਲ ਡਿਸਕਸ ਕਰ ਲੈਣ ਓਪਨ। ਉਹਨਾਂ ਨੂੰ ਜਿਹੜਾ ਇਨਵੀਟੇਸ਼ਨ ਆ, ਲਿਆਉਣ ਕਿਹੜੇ ਬਿੱਲ ਨੇ। ਆਮ ਆਦਮੀ ਪਾਰਟੀ ਵੱਲੋਂ ਇੱਕ ਵੱਡਾ ਐਲਾਨ ਕਰਦੇ ਹੋਏ 7th ਪੇ ਕਮਿਸ਼ਨ ਜਿਹੜਾ ਹੈ ਉਹ ਲਾਗੂ ਕੀਤਾ ਗਿਆ ਹੈ। ਅਧਿਆਪਕਾਂ ਵਾਸਤੇ ਇੱਕ ਬਹੁਤ ਵਧੀਆ ਜਿਹੜੀ ਹੈ ਵੱਡੀ ਖਬਰ ਹੈ। ਪਿਛਲੇ ਕਈ ਸਰਕਾਰਾਂ ਤੋਂ ਇਹਦੀ ਜਿਹੜੀ ਗੱਲਬਾਤ ਚੱਲ ਰਹੀ ਸੀ, ਲੇਕਿਨ ਆਮ ਆਦਮੀ ਪਾਰਟੀ ਨੇ ਇਹਨੂੰ ਲਾਗੂ ਕੀਤਾ ਹੈ। ਸਾਡੇ ਨਾਲ ਮਿਸਟਰ HS ਵਾਲੀਆ ਪਿਛਲੇ 40 ਵਰ੍ਹਿਆਂ ਤੋਂ ਐਜੂਕੇਸ਼ਨ ਨਾਲ ਜੁੜੇ ਹੋਏ ਹਨ ਅਤੇ ਆਮ ਆਦਮੀ ਪਾਰਟੀ ਦੇ ਇੰਟੈਲੈਕਚੁਅਲ ਵਿੰਗ ਦੇ ਜੁਆਇੰਟ ਸਕੱਤਰ ਵੀ ਨੇ। ਇਹਨਾਂ ਨੇ ਐਜੂਕੇਸ਼ਨਿਸਟ ਤੇ ਸਰਕਾਰ ਦੇ ਵਿੱਚ ਪੁਲ ਦਾ ਕੰਮ ਕੀਤਾ ਹੈ, ਔਰ ਅੱਜ ਜਿਹੜੀ ਹੈ ਇਹਨਾਂ ਦੀ ਜਿਹੜੀ ਮਿਹਨਤ ਹੈ ਉਹ ਜਿਹੜੀ ਰੰਗ ਲਿਆਈ ਹੈ। ਤੇ ਇਹਨਾਂ ਨੂੰ ਜਾਣਦੇ ਆ ਵੀ ਕਿਸ ਤਰ੍ਹਾਂ ਸਰਕਾਰ ਦਾ ਇੰਨੀ ਦੇਰ ਨਾਲ ਕਿਸ ਤਰ੍ਹਾਂ ਇਹਨਾਂ ਨੇ ਪਰਸੂ ਕੀਤਾ, ਕਿਸ ਤਰ੍ਹਾਂ ਮਿਲੇ ਤੇ ਅੱਜ 7th ਪੇ ਕਮਿਸ਼ਨ ਲਾਗੂ ਹੋਇਆ। ਕੀ ਉਹਦੇ ਲਾਭ ਹੋਣਗੇ, ਕੀ ਆਉਣ ਵਾਲੇ ਸਮੇਂ ਦੇ ਵਿੱਚ ਐਜੂਕੇਸ਼ਨ ਨੂੰ ਵਾਧਾ ਮਿਲੇਗਾ? ਹਾਂਜੀ ਸਰ। ਬਿਲਕੁਲ ਠੀਕ ਕਿਹਾ ਤੁਸੀਂ ਕਿ ਮੇਰਾ ਕੰਮ ਸੀ ਕਿ ਟੀਚਰਸ ਦੇ ਵਿੱਚ ਔਰ ਸਰਕਾਰ ਦੇ ਵਿੱਚ ਇੱਕ ਬ੍ਰਿਜ ਦਾ, ਇੱਕ ਪੁਲ ਦਾ ਕੰਮ ਕਰਨਾ, ਔਰ ਉਹ ਮੈਂ ਬਖੂਬੀ ਕਰਦਾ ਰਿਹਾ। ਕਿਉਂਕਿ ਸਰਕਾਰ ਨੂੰ ਫੀਡਬੈਕ ਦੇਣੀ, ਇਨਪੁਟਸ ਦੇਣੇ, ਜੋ ਲੋਕੀ ਮਹਿਸੂਸ ਕਰ ਰਹੇ ਨੇ, ਉਹ ਵੀ ਮੇਰੀ ਡਿਊਟੀ ਹੈ। ਔਰ ਸਰਕਾਰ ਦਾ ਬਹੁਤ ਬਹੁਤ ਸ਼ੁਕਰੀਆ ਕਿ 7th ਪੇ ਕਮਿਸ਼ਨ ਦੀਆਂ ਰੈਕਮੈਂਡੇਸ਼ਨਸ ਨੇ ਉਹ ਲਾਗੂ ਜਿਹੜੀਆਂ ਉਹ 1 ਅਕਤੂਬਰ ਤੋਂ ਕਰ ਦਿੱਤੀਆਂ। ਤੇ ਟੀਚਰਸ ਨੂੰ ਬਹੁਤ ਬਹੁਤ ਮੁਬਾਰਕ, ਕਿਉਂਕਿ ਕਾਫੀ 3-4 ਸਾਲ ਤੋਂ ਸੰਘਰਸ਼ ਕਰ ਰਹੇ ਸੀ ਯੂਨੀਵਰਸਿਟੀ ਤੇ ਕਾਲਜ ਦੇ ਟੀਚਰਸ। ਬਹੁਤ ਬਹੁਤ ਵਧਾਈਆਂ, ਕੰਗ੍ਰੈਚੁਲੇਸ਼ਨਸ। ਸਰ, ਇਸ ਤੋਂ ਪਹਿਲੇ ਆਮ ਆਦਮੀ ਪਾਰਟੀ ਤੋਂ ਕਦੋਂ ਤੋਂ ਜੁੜੇ ਹੋ ਤੁਸੀਂ, ਔਰ ਉਸ ਤੋਂ ਪਹਿਲੇ ਵੀ ਤੁਸੀਂ ਐਜੂਕੇਸ਼ਨ ਨਾਲ ਜੁੜੇ ਰਹੇ ਹੋ, ਸੰਘਰਸ਼ ਵੀ ਕਰਦੇ ਰਹੇ ਹੋ, ਉਹ ਕੀ ਗਾ ਉਹਦੇ ਬਾਰੇ ਥੋੜ੍ਹਾ ਦੱਸੋ। ਦੇਖੋ, ਆਮ ਆਦਮੀ ਪਾਰਟੀ ਨਾਲ ਮੈਂ 2013 ਤੋਂ ਜੁੜਿਆ, ਕਿਉਂਕਿ ਜੋ ਆਮ ਆਦਮੀ ਪਾਰਟੀ ਦਾ ਕਨਸਟੀਟਿਊਸ਼ਨ ਹੈ, ਵਿਜ਼ਨ ਹੈ, ਮਿਸ਼ਨ, ਉਹ ਕਰਪਸ਼ਨ ਫ੍ਰੀ ਇੰਡੀਆ ਔਰ ਹੋਰ ਜਿਹੜੇ 3-4 ਸਸਟੇਨੇਬਲ ਡਿਵੈਲਪਮੈਂਟ ਕਰਨੀ, ਆਮ ਆਦਮੀ ਨੂੰ ਫਾਇਦੇ ਜਿਹੜੇ ਆ ਉਹ ਪਹੁੰਚਣ, ਬੇਸਿਕ ਨੈਸੈਸਿਟੀਜ਼ ਜਿਹੜੀਆਂ ਨੇ, ਜਿਹਨੂੰ ਅਸੀਂ ਅੱਜ ਕੱਲ੍ਹ ਫ੍ਰੀ ਬੀਜ਼ ਕਹਿ ਰਹੇ ਹਾਂ, ਪਰ ਉਹ ਫ੍ਰੀ ਬੀਜ਼ ਨਹੀਂ ਹੈ। ਆਮ ਆਦਮੀ ਨੂੰ ਘੱਟੋ ਘੱਟ ਬੇਸਿਕ ਨੈਸੈਸਿਟੀਜ਼ ਮਿਲਣ, ਇਹ ਸਾਰੀਆਂ ਚੀਜ਼ਾਂ ਉਹਦੇ 'ਚ ਲਿਖੀਆਂ ਹੋਈਆਂ, ਔਰ ਉਹ ਮੈਨੂੰ ਬਹੁਤ ਪਸੰਦ ਆਇਆ। ਮੈਂ ਉਦੋਂ ਪੰਜਾਬ ਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦਾ ਪ੍ਰੈਜ਼ੀਡੈਂਟ ਜਾਂ ਜਨਰਲ ਸੈਕਟਰੀ ਉਹਨਾਂ ਦਿਨਾਂ 'ਚ ਤਕਰੀਬਨ ਰਹਿੰਦਾ ਸੀ 10 ਸਾਲ ਤੋਂ, ਤੇ ਵਾਈਸ ਪ੍ਰਿੰਸੀਪਲ ਮੈਂ ਰਿਟਾਇਰ ਹੋਇਆ DAV ਕਾਲਜ 'ਚੋਂ ਕੋਈ 36 ਸਾਲ ਦੀ ਸਰਵਿਸ ਕਰਕੇ। ਔਰ ਮੈਂ ਸਾਰੀ ਗੱਲ ਸਮਝਦਾ ਸੀਗਾ ਕਿ UGC ਸਕੇਲ ਜਿਹੜੇ ਨੇ
ਉਹ ਸਰਕਾਰ ਨੂੰ ਦੇਣੇ ਚਾਹੀਦੇ ਨੇ, ਕਿਉਂਕਿ ਜਿਹੜੀ ਪਿਛਲੀ ਸਰਕਾਰ ਕਾਂਗਰਸ ਸਰਕਾਰ ਕਹਿ ਰਹੀ ਸੀ ਕਿ ਇਹਨੂੰ ਡੀ ਲਿੰਕ ਕਰ ਦੇਣਾ, ਉਹਦੇ ਨਾਲ ਇੰਨਾ ਕੁ ਜ਼ਿਆਦਾ ਨੁਕਸਾਨ ਹੋ ਜਾਂਦਾ ਹਾਇਰ ਐਜੂਕੇਸ਼ਨ ਦਾ। ਕੀ ਹੈਗਾ ਸੀ ਉਹ, ਕੀ ਮਾਮਲਾ ਸੀ, ਕਿਹਦੇ ਨਾਲ ਮਿਲੇ ਸੀ ਤੁਸੀਂ, ਕਿੰਨੇ ਤੁਹਾਨੂੰ ਕਿਹਾ ਸੀ ਡੀ ਲਿੰਕ ਕਰ ਦੇਣਾ, ਕੀ ਸੀ ਉਹ ਸਾਰਾ ਮਾਮਲਾ? ਮੈਂ ਨਹੀਂ ਸੀ ਮਿਲਿਆ। ਜਿਹੜੇ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਸ ਯੂਨੀਅਨ ਔਰ ਪੰਜਾਬ ਫੈਡਰੇਸ਼ਨ ਆਫ ਯੂਨੀਵਰਸਿਟੀ ਐਂਡ ਕਾਲਜ ਟੀਚਰਸ ਯੂਨੀਅਨ, ਡਾਕਟਰ ਜਗਵੰਤ ਨੇ, ਮਿਸਟਰ ਸੋਫਤ ਨੇ, ਜਾਂ ਸੁਖਦੇਵ ਜੀ ਨੇ ਜਨਰਲ ਸੈਕਟਰੀ, ਜਾਂ ਹੋਰ ਸਾਡੇ ਸਾਥੀ ਜਿਹੜੇ ਨੇ ਉਹ ਮੇਰੇ ਮਤਲਬ ਪੁਰਾਣੇ ਕੁਲੀਗ ਵੀ ਸੀਗੇ, ਪਰ ਉਹ ਸਾਰੇ ਆਫਿਸ ਬੀਅਰਰਸ ਮਿਲਦੇ ਰਹੇ ਨੇ, ਐਜੂਕੇਸ਼ਨ ਮਿਨਿਸਟਰ ਨੂੰ ਮਿਲਦੇ ਰਹੇ ਅਲੱਗ-ਅਲੱਗ ਟਾਈਮ ਤੇ, ਔਰ ਖਾਸ ਕਰ ਮਨਪ੍ਰੀਤ ਬਾਦਲ ਨੂੰ ਜਦੋਂ ਮਿਲੇ ਤੇ ਇਹਨਾਂ ਨੂੰ ਬਹੁਤ ਹੀ ਨੈਗੇਟਿਵ ਰਵੱਈਆ ਲੱਗਾ। ਉਹ ਕਹਿੰਦੇ ਜੀ ਡੀ ਲਿੰਕ ਨੂੰ ਕਰ ਦੇਣੇ ਆ, ਔਰ ਡੀ ਲਿੰਕ ਦਾ ਮਤਲਬ ਹੁੰਦਾ ਹੈ ਕਿ UGC ਦੇ ਗ੍ਰੇਡ ਨਾਲ ਕੋਈ ਲਿੰਕ ਨਹੀਂ ਰਹੇਗਾ। ਔਰ ਨੈਚੁਰਲੀ ਇੱਕ ਮਿਨੀਮਮ ਸਟੈਂਡਰਡ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਚੁੱਕਾ, UGC ਦੇ ਸਾਰੇ ਇੰਡੀਆ ਦੀ ਸਟੇਟਸ ਦੇ ਲਈ ਐਜੂਕੇਸ਼ਨ ਦਾ ਕੁਆਲਿਟੀ ਆਫ ਐਜੂਕੇਸ਼ਨ ਸਫਰ ਕਰਦੀ, ਸਟੂਡੈਂਟ ਸਫਰ ਕਰਦੇ, ਸਮਾਜ ਸਫਰ ਕਰਦਾ, ਰਾਜ ਸਫਰ ਕਰਦਾ, ਟੀਚਰ ਦੀ ਰਿਸਰਚ ਸਫਰ ਕਰਦੀ, ਔਰ ਇੱਥੇ ਟੈਲੈਂਟ ਨਹੀਂ ਸੀ ਆਉਣਾ। ਬੜੀ ਮੰਦਭਾਗੀ ਗੱਲ ਹੁੰਦੀ, ਪਰ ਬਹੁਤ ਹੀ ਸ਼ੁਕਰੀਆ ਸਰਕਾਰ ਦਾ ਕਿ ਮਾਨ ਸਰਕਾਰ ਨੇ ਇਹ ਇੰਪਲੀਮੈਂਟ ਕਰ ਦਿੱਤੇ। ਪੇ ਕਮਿਸ਼ਨ ਜਿਹੜਾ ਹੁੰਦਾ ਉਹ ਕਿੰਨੀ ਦੇਰ ਬਾਅਦ ਜਿਹੜਾ ਰਿਵਾਈਜ਼ ਹੁੰਦਾ, ਔਰ ਜਿਹੜਾ ਇਹਨੂੰ ਕਿੰਨੀ ਦੇਰ ਲੱਗ ਗਈ ਜਿਹੜਾ ਕਿ ਓਵਰ ਟਾਈਮ ਹੋ ਗਿਆ ਇਹਦਾ? ਦੂਸਰੀ ਗੱਲ, ਇਹਦਾ ਜਿਹੜਾ ਆਇਆ ਇਹਦਾ ਕੀ ਹੁਣ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਐਜੂਕੇਸ਼ਨਿਸਟ ਤੇ ਐਜੂਕੇਸ਼ਨ ਨੂੰ ਕੀ ਲਾਭ ਹੋਏਗਾ? ਦੇਖੋ, ਇਹ 10 ਸਾਲ ਬਾਅਦ ਜਿਹੜਾ ਉਹ ਟੀਚਰਸ ਲਈ ਜਿਹੜੇ ਨੇ ਉਹ ਪੇ ਕਮਿਸ਼ਨ ਦੇ ਗ੍ਰੇਡ ਜਿਹੜੇ ਨੇ ਰਿਵਾਈਜ਼ਡ ਮਿਲਦੇ ਨੇ। ਯਾਨੀ ਕਿ ਕਹਿਣ ਦਾ ਮਤਲਬ ਹੈ ਕਿ 1 ਜਨਵਰੀ 16 ਤੋਂ ਮਿਲਣੇ ਚਾਹੀਦੇ ਸੀ, ਔਰ ਉਹ 'ਚ ਕਮਿਸ਼ਨ ਬੈਠਾ, ਕਮਿਸ਼ਨ ਦੀ ਰਿਪੋਰਟ ਆਈ, ਉਸ ਤੋਂ ਬਾਅਦ ਇੰਪਲੀਮੈਂਟ ਨਹੀਂ ਕਰਦੇ। ਹੁਣ ਤੇ 26 ਦੇ ਵਿੱਚ ਦੁਬਾਰਾ ਜਿਹੜਾ ਉਹ ਕਮਿਸ਼ਨ ਦੀ ਰਿਪੋਰਟ ਜਿਹੜੀ ਹੈ ਉਹ ਆਣੀ ਚਾਹੀਦੀ ਹੈ, ਜਾਂ ਕਮਿਸ਼ਨ ਜਿਹੜਾ ਕਮ ਸੇ ਕਮ ਬਹਿ ਜਾਣਾ ਚਾਹੀਦਾ। ਤੇ ਤੁਸੀਂ ਆਪ ਹਿਸਾਬ ਲਾ ਲਓ ਕਿ ਆਲਰੇਡੀ 6 ਸਾਲ ਹੋ ਗਏ, 10 ਸਾਲ ਹੀ ਹੁੰਦਾ। ਕੀ ਨੁਕਸਾਨ ਕੀ ਹੈ? ਕਈ ਇੰਜੀਨੀਅਰਿੰਗ ਕਾਲਜ ਜਿਹੜੇ ਉਹ ਬੰਦ ਹੋ ਗਏ, ਕਈ ਬੰਦ ਹੋਣ ਦੀ ਕਗਾਰ ਤੇ ਹੈ। ਕੀ ਇਹ UGC ਦੇ ਜਿਹੜੇ ਉਹ ਇਹ ਜਿਹੜਾ ਪੇ ਕਮਿਸ਼ਨ ਨਹੀਂ ਲਾਗੂ ਕੀਤਾ ਉਹਦੇ ਕਰਕੇ? ਉਹਦੇ 'ਚ UGC ਦਾ ਨਹੀਂ, ਕਹਿੰਦੇ ਇੱਕ ਫੈਕਟਰ ਹੈਗਾ ਹੈ, ਜਿਹੜੇ ਅਫੀਲੀਏਟਡ ਕਾਲਜਿਸ ਨੇ ਨਾ, ਜਨਰਲ ਐਜੂਕੇਸ਼ਨ ਦਿੰਦੇ ਨੇ। ਅਫੀਲੀਏਟਡ ਕਾਲਜਿਸ ਨੇ, ਚਾਹੇ ਏਡਡ ਕਾਲਜ ਚਾਹੇ ਅਨਏਡਡ ਕਾਲਜ ਨੇ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਜਾਂ ਹੋਰ ਯੂਨੀਵਰਸਿਟੀਜ਼ ਜਿਹੜੀਆਂ ਨੇ, ਉੱਥੇ ਯੂਨੀਵਰਸਿਟੀ ਕੈਂਪਸ 'ਚ, ਗਵਰਨਮੈਂਟ ਕਾਲਜਿਸ 'ਚ, ਔਰ ਇਹਨਾਂ ਨਾਲ ਐਫੀਲੀਏਟਡ ਜਿਹੜੇ ਪ੍ਰਾਈਵੇਟ ਕਾਲਜਿਸ 'ਚ ਇੰਪਲੀਮੈਂਟ ਹੁੰਦੇ ਨੇ। ਔਰ ਅਗਰ ਨਾ ਹੋਣ ਇਹ ਗ੍ਰੇਡ, ਤਾਂ ਮੈਂ ਅੱਗੇ ਦੱਸ ਚੁੱਕਾ ਕਿ ਕੁਆਲਿਟੀ ਆਫ ਐਜੂਕੇਸ਼ਨ ਸਫਰ ਕਰੇਗੀ, ਔਰ ਸਾਰੀ ਗੱਲ ਮੈਂ ਤੁਹਾਨੂੰ ਦੱਸ ਚੁੱਕਾ ਆਲਰੇਡੀ। ਟੀਚਰਸ ਡੇ ਤੇ ਆਮ ਆਦਮੀ ਪਾਰਟੀ ਨੇ ਇੱਕ ਤੋਹਫਾ ਦਿੱਤਾ ਹੈ, 8700 ਦੇ ਕਰੀਬ ਜਿਹੜੇ ਆ ਉਹ ਪੱਕੇ ਕੀਤੇ ਹੈ। ਅੱਗੇ ਵੀ ਜਿਹੜੀ ਨਵੀਂ ਭਰਤੀ ਦੀ ਵੀ ਗੱਲ ਕੀਤੀ ਜਾ ਰਹੀ ਹੈ, ਲੇਕਿਨ ਇੱਕ ਫਿਜ਼ੀਕਲ ਐਜੂਕੇਸ਼ਨ ਵਾਲੇ ਵਿਭਾਗ ਵਾਲੇ ਜਿਹੜੇ ਟੀਚਰਸ ਨੇ, ਜਿਨ੍ਹਾਂ ਦੀ ਕਿ ਓਵਰ ਏਜ ਹੋ ਰਹੀ ਹੈ, ਉਹਨਾਂ ਨੇ ਡਿਗਰੀਜ਼ ਕੀਤੀਆਂ ਹੋਈਆਂ, ਉਹ ਪਿਛਲੀ ਸਰਕਾਰ ਦੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ, ਉਹਨਾਂ ਦਾ ਹਾਲੇ ਕੋਈ ਸਿਰਾ ਨਹੀਂ ਲੱਗਿਆ ਗੱਲ ਦਾ। ਉਹਦੇ ਬਾਰੇ ਕੀ ਦੱਸੋ? ਉਹ ਤੁਸੀਂ ਸਕੂਲਸ ਦੀ ਗੱਲ ਕਰ ਰਹੇ ਹੋ, ਕਿਉਂਕਿ ਇਹ ਕਾਲਜ ਯੂਨੀਵਰਸਿਟੀ ਦੀ ਨਹੀਂ ਗੱਲ। ਬਹੁਤ ਸਾਰੇ ਐਸੇ ਜਿਹੜੇ ਨੇ ਉਹ ਟੀਚਰਸ ਨੇ ਅਲੱਗ-ਅਲੱਗ ਕੈਟੇਗਰੀਜ਼ ਦੇ, ਜਿਨ੍ਹਾਂ ਨੂੰ ਸਰਕਾਰ ਇੱਕ-ਇੱਕ ਕਰਕੇ ਦੇਖ ਰਹੀ ਹੈ, ਕਿਉਂਕਿ ਸਾਰੀਆਂ ਚੀਜ਼ਾਂ ਇਕੱਠੀਆਂ ਨਹੀਂ ਹੋ ਸਕਦੀਆਂ। ਔਰ ਇਹਦੇ ਬਾਰੇ ਤਫਸੀਲ, ਜਿਸ ਤਰ੍ਹਾਂ ਹੁਣ ਕੱਲ੍ਹ ਹੀ 8700 ਦੇ ਕਰੀਬ ਟੀਚਰਸ ਜਿਹੜੇ ਨੇ ਰੈਗੂਲਰ, ਉਹ ਵੀ 2-3 ਕੈਟੇਗਰੀਜ਼ ਦੇ ਟੀਚਰਸ ਨੇ ਜਿਨ੍ਹਾਂ ਨੂੰ ਰੈਗੂਲਰਾਈਜ਼ ਕਰਨਾ। ਫਿਰ ਦੂਸਰੇ ਕਾਲਜਿਸ ਦੇ ਵੀ ਜਿਹੜੇ ਗਵਰਨਮੈਂਟ ਕਾਲਜਿਸ ਦੇ ਵੀ ਗੈਸਟ ਲੈਕਚਰਰ ਰੈਗੂਲਰਾਈਜ਼ ਕਰਨ ਦੀ ਗੱਲ ਹੈ। ਉਹਨਾਂ ਦੇ ਗ੍ਰੇਡ ਜਿਹੜੇ ਆ ਜਾਂ ਉਹਨਾਂ ਦੀ ਤਨਖਾਹ ਜਿਹੜੀ ਕੰਸੋਲੀਡੇਟਡ ਉਹਨੂੰ ਵਧਾਉਣ ਦੀ ਗੱਲ ਹੈ, 21,600 ਤੋਂ 35,000 ਜਾਂ 48। ਇਸੇ ਤਰ੍ਹਾਂ ਕਈ ਟੀਚਰਸ ਨੇ, ਕਈ ਤਰ੍ਹਾਂ ਦੇ ਟੀਚਰਸ ਨੇ ਸਕੂਲਾਂ ਦੇ ਵਿੱਚ। ਨਹੀਂ, ਉਦੋਂ ਉਹਨਾਂ ਨੂੰ ਕਦੋਂ ਤੱਕ ਜਿਹੜਾ ਹੈਗਾ ਪਲੈਨਿੰਗ ਤੁਸੀਂ, ਕਿਉਂਕਿ ਐਜ਼ ਇੰਟੈਲੈਕਚੁਅਲ ਜਿਹੜਾ ਵਿੰਗ ਨੂੰ ਰਿਪਰੈਜ਼ੈਂਟ ਕਰਦੇ ਹੋ, ਕਿਸ ਤਰ੍ਹਾਂ ਤੁਸੀਂ ਕੀ ਸਮਝਦੇ ਹੋ ਉਹਨੂੰ? ਅਸੀਂ ਤਾਂ ਦੇਖੋ ਸਰਕਾਰ ਨੂੰ ਫੀਡਬੈਕ ਦੇ ਸਕਦੇ ਹਾਂ, ਇਨਪੁਟ ਦੇ ਸਕਦੇ ਹਾਂ, ਔਰ ਅਲੱਗ-ਅਲੱਗ ਮਸਲਿਆਂ ਤੇ MLAs ਨੂੰ, ਮਿਨਿਸਟਰਸ ਨੂੰ ਮੈਂ ਆਪਣੀ ਇਨਪੁਟ ਦਿੱਤੀ ਹੋਈ ਹੈ। ਕੀ ਹੈ ਅੱਗੇ ਸਰਕਾਰ ਨੇ ਸਾਰਾ ਕੁਝ ਦੇਖਣਾ ਹੁੰਦਾ, ਰਿਸੋਰਸਿਸ ਕਿੰਨੇ ਨੇ ਔਰ ਇਹਦੀ ਟਾਈਮਿੰਗ ਕੀ ਹੋਏਗੀ, ਕਦੋਂ ਲਾਗੂ ਕਰਨਾ। ਜਿਸ ਤਰ੍ਹਾਂ ਹੁਣ ਕਾਫੀ ਦੇਰ ਹੋ ਗਈ ਸੀ, ਅਸੀਂ 5 ਮਹੀਨੇ ਤੋਂ ਜਿਹੜੇ ਆ ਉਹ ਐਕਸਪੈਕਟ ਕਰ ਰਹੇ ਸੀ, ਟੀਚਰਸ ਜਿਹੜੇ ਬਾਰ-ਬਾਰ ਕਹਿ ਰਹੇ ਸੀ, ਪਰ 5 ਸਤੰਬਰ ਟੀਚਰਸ ਡੇ ਵਾਲੇ ਦਿਨ ਅਨਾਉਂਸ ਕਰਤਾ। ਸਰਕਾਰ ਉਹਦੀ ਟਾਈਮਿੰਗ ਫਿਕਸ ਕਰਦੀ ਹੈ, ਉਹਦੇ 'ਚ ਜੋ ਵੀ ਕੈਬਨਿਟ ਹੈ ਫੈਸਲਾ ਕਰਦੀ, ਉਹਦੇ ਹਿਸਾਬ ਨਾਲ ਅਲੱਗ-ਅਲੱਗ ਟਾਈਮ ਤੇ ਮਿਲ ਜਾਏਗਾ।
ਫ੍ਰੀ ਬੀਜ਼ ਦੀ ਤੁਸੀਂ ਗੱਲ ਕੀਤੀ ਹੈ, ਫ੍ਰੀ ਬੀਜ਼ ਦੂਸਰੇ ਪਾਸਿਓਂ ਕਿਤੇ ਕੰਡੈਮ ਕੀਤਾ ਜਾਂਦਾ ਹੈ ਕਿ ਕਿਤੇ ਨਾ ਕਿਤੋਂ ਫ੍ਰੀ ਜੇ ਇੱਕ ਪਾਸੇ ਚੀਜ਼ ਦਿੱਤੀ ਜਾ ਰਹੀ ਤੇ ਦੂਸਰੇ ਪਾਸੇ ਉਹਦਾ ਭਾਰ ਵਧਾਇਆ ਜਾਂਦਾ ਹੈ। ਲੇਕਿਨ ਐਜ਼ ਅ ਇਕਨੋਮਿਸਟ, ਤੁਸੀਂ ਇਕਨੋਮੀ ਦੇ ਟੀਚਰ ਹੋ, ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਫ੍ਰੀ ਬੀਜ਼ ਵਾਕਈ 'ਚ ਫ੍ਰੀ ਬੀ ਹੈ ਜਾਂ ਕਿ ਇਸ ਤਰ੍ਹਾਂ ਦਾ ਜਿਹੜੀ ਗੱਲ ਕਹਿ ਰਿਹਾ ਮੈਂ ਇਸ ਤਰ੍ਹਾਂ ਹੀ ਹੈ ਜਾਂ ਕੁਝ ਹੋਰ ਹੈ? ਨਹੀਂ, ਇਸ ਤਰ੍ਹਾਂ ਤੁਸੀਂ ਬਹੁਤ ਅੱਛਾ ਜਿਹੜਾ ਇਸ਼ੂ ਰੇਜ਼ ਕੀਤਾ। ਐਕਚੁਅਲੀ 1960 ਤੇ 1970 ਦੇ ਦਹਾਕੇ 'ਚ ਸਾਰੀ ਦੁਨੀਆ 'ਚ ਬੜੀ ਡਿਵੈਲਪਮੈਂਟ ਹੋਈ, ਪਰ ਨਾਲ ਹੀ ਇਹ ਹੋਇਆ ਕਿ ਗਰੀਬ ਅੱਗੇ ਤੋਂ ਵੀ ਗਰੀਬ ਹੋ ਗਿਆ ਤੇ ਅਮੀਰ ਅੱਗੇ ਤੋਂ ਵੀ ਅਮੀਰ ਹੋ ਗਿਆ। ਹੁਣ ਇਸ ਕਰਕੇ ਇੱਕ ਮਾਡਲ ਆਇਆ ਰੀਡਿਸਟ੍ਰੀਬਿਊਸ਼ਨ ਫਰੋਮ ਗਰੋਥ, ਕਿ ਕੇਕ ਵੀ ਵਧੇ ਔਰ ਕੇਕ ਦੀ ਇੱਕੋ ਜਿਹੀ ਵੰਡ ਵੀ ਹੋਣੀ ਚਾਹੀਦੀ ਹੈ, ਜਾਂ ਕਮ ਸੇ ਕਮ ਫਰਕ ਜ਼ਿਆਦਾ ਨਾ ਹੋਵੇ। ਕਿਸੇ ਨੂੰ ਤੁਸੀਂ ਕੁਝ ਵੀ ਨਾ ਦਿਓ ਔਰ ਕਿਸੇ ਨੂੰ ਐਡਾ ਵੱਡਾ ਪੀਸ ਦੇ ਦਿਓ, ਇਹ ਨਹੀਂ ਹੋਣਾ ਚਾਹੀਦਾ। ਇਹ ਮਿਨੀਮਮ ਬੇਸਿਕ ਨੀਡਸ ਲੋਕਾਂ ਦੀਆਂ ਪੂਰੀਆਂ ਕਰਨਾ, ਔਰ ਦੂਸਰੀ ਜਿਹੜੀਆਂ ਪਬਲਿਕ ਯੂਟਿਲਿਟੀ ਸਰਵਿਸਿਜ਼ ਇਕਨੋਮਿਕਸ 'ਚ ਹੁੰਦੀਆਂ ਨੇ, ਜਿਸ ਤਰ੍ਹਾਂ ਬਿਜਲੀ ਹੈ, ਪਾਣੀ ਹੈ, ਸੜਕਾਂ ਹੈ, ਰੇਲਵੇ ਹੈ, ਪੋਸਟ ਆਫਿਸ ਹੈ, ਪਬਲਿਕ ਯੂਟਿਲਿਟੀ ਸਰਵਿਸਿਜ਼ ਹੈ। ਇਹ ਸਰਕਾਰਾਂ ਦਾ ਕੰਮ ਹੈ ਕਿ ਫ੍ਰੀ ਦੇਣ। ਹਾਲਾਂਕਿ ਰੇਲਵੇ ਤੇ ਨਹੀਂ ਹੈ ਫ੍ਰੀ ਦਿੱਤੀ ਜਾ ਰਹੀ, ਪਰ ਜੋ ਦੇ ਸਕਦੇ ਉਹ ਦੇਣ। ਔਰ ਇਸ ਤਰ੍ਹਾਂ ਦੂਸਰੇ ਕੰਟਰੀਜ਼ 'ਚ ਵੀ ਹੈਗਾ। ਹੁਣ ਬਹੁਤ ਸਾਰੇ ਕੰਟਰੀ ਜਿੱਥੇ ਜਿਹੜਾ ਹੈਲਥ ਸਿਸਟਮ ਜਿਹੜਾ ਉਹਦੇ 'ਚ ਫ੍ਰੀ ਜਿਹੜਾ ਹੈ ਉਹ ਸਿੰਗਲ ਪੇਅਰ, ਯਾਨੀ ਕਿ ਗਵਰਨਮੈਂਟ ਦਿੰਦੀ ਸਾਰੇ। ਜਿਸ ਤਰ੍ਹਾਂ ਬ੍ਰਿਟੇਨ ਦੇ ਵਿੱਚ ਹੈ ਉਹ ਗਵਰਨਮੈਂਟ, ਔਰ ਬਹੁਤ ਸਾਰੇ ਕੰਟਰੀਜ਼ ਨੇ ਜਿੱਥੇ ਫ੍ਰੀ ਹੈ ਪਰ ਇੰਸ਼ੋਰੈਂਸ ਕੰਪਨੀਜ਼ ਜਿਹੜੀਆਂ ਅਲੱਗ-ਅਲੱਗ ਨੇ, ਅਲੱਗ-ਅਲੱਗ ਪ੍ਰੀਮੀਅਮ ਹੈ, ਉਹ ਹਰ ਇੱਕ ਬੰਦੇ ਨੂੰ ਛੂਟ ਆ ਜਿੱਥੋਂ ਵੀ ਉਹਨਾਂ ਨੇ ਜਿਹੜਾ ਉਹ ਇੰਸ਼ੋਰੈਂਸ ਕਰਵਾਉਣੀ ਹੈ। ਸੋ ਫ੍ਰੀ ਉਹ ਵੀ ਇਸੇ ਤਰ੍ਹਾਂ। ਮੇਰਾ ਸਵਾਲ ਐਜ਼ ਅ ਇਕਨੋਮਿਸਟ, ਤੁਸੀਂ ਕਹਿ ਰਹੇ ਆਪਾਂ ਫ੍ਰੀ ਵੀ, ਉਹਨੂੰ ਕਿਸ ਤਰ੍ਹਾਂ ਆਪਾਂ ਭਾਰ ਪਾਇਓ ਬਗੈਰ ਇਹਨੂੰ ਫ੍ਰੀ ਬੀਜ਼ ਜਿਹੜਾ ਦੇ ਸਕਦੇ? ਭਾਰ ਇਹ ਨਹੀਂ ਹੁੰਦਾ, ਲੋਕਾਂ ਕੋਲੋਂ ਟੈਕਸ ਇਕੱਠੇ ਕੀਤੇ ਹੁੰਦੇ ਨੇ, ਰੈਵਨਿਊ ਜਿਹੜਾ ਹੈ ਉਹ ਗਵਰਨਮੈਂਟ ਖਰਚ ਕਰਨਾ ਨਾ, ਇਹ ਗਵਰਨਮੈਂਟ ਖਰਚ ਕਰਦੀ ਹੈ ਲੋਕਾਂ ਲਈ, ਔਰ ਮਿਨੀਮਮ ਜਿਹੜੀਆਂ ਉਹਦੀਆਂ ਨੀਡਸ ਜਿਹੜੀਆਂ ਪੂਰੀਆਂ ਕਰਨੀਆਂ ਹੁੰਦੀਆਂ ਨੇ। ਔਰ ਮੈਂ ਤੁਹਾਨੂੰ ਦੱਸਾਂ ਕਿ ਇਹ ਫ੍ਰੀ ਬੀ ਦਾ ਜਿਹੜੀਆਂ ਕੇਜਰੀਵਾਲ ਸਰਕਾਰ, ਇਹ ਨਹੀਂ ਹੈ ਕਿ ਕਲਰ ਟੀਵੀ ਦੇ ਦਿਓ, ਸਾੜੀਆਂ ਦੇ ਦਿਓ, ਜੋ ਜੈ ਲਲਿਤਾ ਨੇ ਕੀਤਾ ਸੀਗਾ ਤਾਮਿਲਨਾਡੂ ਦੇ ਵਿੱਚ। ਇਹ ਉਹ ਗੱਲ ਨਹੀਂ ਹੈ। ਬਿਜਲੀ ਫ੍ਰੀ ਦਿੱਤੀ ਹੈ ਨਾ, ਐਜੂਕੇਸ਼ਨ ਫ੍ਰੀ ਹੋਏਗੀ, ਹੈਲਥ ਦੇ ਅਲੱਗ ਕਲੀਨਿਕਸ ਜਿਹੜੀਆਂ ਉਹਦੇ 'ਚ ਫ੍ਰੀ ਟੈਸਟ ਹੋਣਗੇ, ਫ੍ਰੀ। ਇਹ ਚੀਜ਼ਾਂ ਨੇ, ਇਹ ਤਾਂ ਦੇਣੀਆਂ ਹਰ ਇੱਕ ਸਰਕਾਰ, ਹਰ ਇੱਕ ਰਾਜ ਨੂੰ ਦੇਣੀਆਂ ਚਾਹੀਦੀਆਂ। ਦੂਸਰਾ, ਇਹਦਾ ਫਾਇਦਾ ਕੀ ਹੈ? ਇਹਦੇ ਨਾਲ ਗਰੋਥ ਹੁੰਦੀ ਜੇ ਫ੍ਰੀ ਨਹੀਂ ਹੈ। ਦੇਖੋ ਗਰੀਬਾਂ ਕੋਲ ਪੈਸੇ ਨਹੀਂ ਹੈ ਖਰਚਣ, ਤੇ ਜਦੋਂ ਅਸੀਂ ਉਹਨਾਂ ਨੂੰ ਇਹ ਫ੍ਰੀ ਚੀਜ਼ਾਂ ਦਾਂਗੇ, ਉਹਨਾਂ ਦਾ 10-15 ਹਜ਼ਾਰ ਬਚ ਜਾਏਗਾ ਮਹੀਨੇ ਦਾ, ਉਹ ਖਰਚ ਕਰਨਗੇ। ਖਰਚ ਕਿਹੜੀਆਂ ਚੀਜ਼ਾਂ ਉਹ ਖਰੀਦਣਗੇ? ਮਾਰਕੀਟ 'ਚ ਸਾਰੀਆਂ ਚੀਜ਼ਾਂ ਖਰੀਦਣਗੇ ਅਲੱਗ-ਅਲੱਗ ਤਰ੍ਹਾਂ ਦੀ। ਇੰਡਸਟਰੀ ਪ੍ਰਮੋਟ ਹੋਏਗੀ, ਐਗਰੀਕਲਚਰ ਪ੍ਰਮੋਟ ਹੋਏਗੀ, ਕਿਉਂਕਿ ਇੰਡਸਟਰੀ ਨੇ ਕਿੱਥੋਂ ਮਾਲ ਲੈਣਾ? ਐਗਰੀਕਲਚਰ ਤੋਂ। ਕਈ ਫੂਡ ਪ੍ਰੋਸੈਸਿੰਗ ਇੰਡਸਟਰੀ ਹੈ, ਦੂਸਰੀ ਇੰਡਸਟਰੀ ਹੈ। ਔਰ ਵਪਾਰ ਵਧੇਗਾ, ਵਪਾਰ ਇਹ ਵਧੇਗਾ ਤਾਂ ਦੇਸ਼ ਦੀ ਤਰੱਕੀ ਹੋਏਗੀ, ਇੰਪਲੋਇਮੈਂਟ ਵਧੇਗੀ। ਤੇ ਜੇ ਸਾਰਾ ਪੈਸਾ ਦੇਖੋ ਇੰਡੀਆ 'ਚ 10% ਜਿਹੜੇ ਅਮੀਰ ਹੈ ਉਹਨਾਂ ਕੋਲ ਜਿਹੜੇ 65% ਥੱਲੜੇ ਬੰਦੇ, ਉਹਨਾਂ ਪੈਸਾ ਉਹਨਾਂ ਕੋਲ। ਇੱਕ ਪਾਸੇ 65% ਬੰਦੇ, ਇੱਕ ਪਾਸੇ 10%। ਤੇ ਜਿਸ ਦੇਸ਼ 'ਚ ਗਰੀਬੀ ਇੰਨੀ ਕੁ ਹੈ ਕਿ 20% ਦੇ ਕੋਲ ਗਰੀਬੀ ਰੇਖਾ ਤੋਂ ਥੱਲੇ ਨੇ ਲੋਕ, ਯਾਨੀ ਕਿ 2 ਟਾਈਮ ਦੀ ਰੋਟੀ ਵੀ ਨਹੀਂ ਮਿਲਦੀ, ਤੇ ਸਰਕਾਰ ਦਾ ਕੰਮ ਨਹੀਂ ਹੈ ਕਿ ਉਹਨਾਂ ਨੂੰ ਜਿਹੜਾ ਬੇਸਿਕ ਨੈਸੈਸਿਟੀਜ਼ ਦੇਵੇ, ਔਰ ਉਹਦਾ ਕੋਈ ਨੁਕਸਾਨ ਨਹੀਂ ਹੈ। ਲੌਂਗ ਰਨ ਡਿਵੈਲਪਮੈਂਟ ਸਗੋਂ ਉਹਦੇ ਨਾਲ ਹੋਏਗੀ, ਜਿਹੜਾ ਖਰਚ ਡਿਮਾਂਡ ਵਧੇਗੀ। ਔਰ ਇਹ ਜਿੰਨੀ ਵੀ ਗਰੋਥ ਹੁੰਦੀ ਨਾ, ਉਹਦਾ 60% ਗਰੋਥ ਡਿਮਾਂਡ ਕਰਕੇ ਹੋ ਰਹੀ ਹੈ। ਅਮੀਰ ਆਦਮੀ ਨੂੰ ਹੋਰ ਪੈਸੇ ਦੇ ਦੋਗੇ ਤੇ ਡਿਮਾਂਡ ਨਹੀਂ ਵਧੇਗੀ। ਤੇ ਜੇ ਚੀਜ਼ਾਂ ਬਣਾਈ ਜਾਣਗੇ ਅਮੀਰ ਇੰਡਸਟਰੀਲਿਸਟ, ਉਹਨਾਂ ਨੂੰ ਵੀ ਇਹਦਾ ਫਾਇਦਾ ਹੈ। ਵਿਕਣੀਆਂ ਕਿੱਥੋਂ ਨੇ? ਜੇ ਲੋਕਾਂ ਕੋਲ ਪਰਚੇਜ਼ਿੰਗ ਪਾਵਰ ਨਹੀਂ ਹੈ, ਕਿੱਥੋਂ ਵਿਕਣਗੀਆਂ? ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਉਹਨਾਂ ਨੂੰ ਵੀ ਲੌਂਗ ਰਨ ਦਾ ਫਾਇਦਾ ਹੈ, ਲੌਂਗ ਰਨ 'ਚ ਫਾਇਦਾ ਹੈ, ਔਰ ਦੇਸ਼ ਦੀ ਤਰੱਕੀ ਵੀ ਜ਼ਿਆਦਾ ਹੋਏਗੀ, ਔਰ ਦੇਸ਼ 'ਚ ਇੰਪਲੋਇਮੈਂਟ ਵੀ ਇਹਦੇ ਨਾਲ ਵਧੇਗੀ। ਇਹ ਫ੍ਰੀ ਬੀਜ਼ ਨਹੀਂ ਹੈ, ਉਹ ਤਾਂ ਆ ਜੇ ਫਜ਼ੂਲ ਚੀਜ਼ਾਂ ਤੁਸੀਂ ਦੇ ਦਿਓ। ਜੇ ਤੁਸੀਂ ਨੈਸੈਸਿਟੀਜ਼ ਆਫ ਲਾਈਫ, ਬਿਜਲੀ ਦੇ ਬਿੱਲਾਂ ਦੀ ਗੱਲ ਕਰੀਏ ਤੇ ਬੀਤੇ ਕੱਲ ਜਿਹੜਾ ਤਲਬੀਰ ਸਿੰਘ ਗਿੱਲ ਵੱਲੋਂ ਕਿਹਾ ਗਿਆ ਕਿ ਇਹ ਆਪੇ ਹੀ ਜਿਹੜਾ ਪ੍ਰਿੰਟ ਕਰ ਕਰਕੇ ਬਿੱਲ ਦੇਈ ਜਾਂਦੇ ਨੇ, ਤੁਸੀਂ ਮੇਰੇ ਨਾਲ ਚੱਲੋ। ਮੇਰੇ ਹਲਕੇ ਦੇ ਵਿੱਚ ਸਾਊਥ ਦੀ ਗੱਲ ਕੀਤੀ ਉਹਨਾਂ ਨੇ, ਮੈਂ ਤੁਹਾਨੂੰ ਦੱਸਣਾ ਕਿਤੇ ਜ਼ੀਰੋ ਆਇਆ ਹੋਵੇ ਬਿੱਲ ਤੇ ਮੈਂ ਤੁਹਾਨੂੰ ਜੋ ਕਹੂੰਗਾ ਤੇ ਮੈਂ ਸਰਕਾਰ ਦਾ ਧੰਨਵਾਦ ਕਰੂੰਗਾ। ਇਹ ਝੂਠੇ ਜਿਹੜੇ ਹੈਗੇ ਆ ਦਾਅਵੇ ਕਰੀ ਜਾ ਰਹੇ। ਦੇਖੋ ਇਹ ਤਾਂ ਹਰ ਇੱਕ ਨੂੰ ਪਤਾ, ਇਹ ਤੇ ਜਿਹੜੇ 22 ਲੱਖ ਲੋਕਾਂ ਨੂੰ ਜ਼ੀਰੋ ਬਿੱਲ ਆਇਆ, ਲੋਕਾਂ ਨੇ ਕਿਤੇ ਇਹਦਾ ਵਿਰੋਧ ਕੀਤਾ ਵੀ ਸਾਡਾ ਨਹੀਂ ਆਇਆ ਜੀ। 300 ਤੋਂ ਮਹੀਨੇ ਦਾ ਘੱਟ ਬਿੱਲ, ਘੱਟ ਯੂਨਿਟ ਬਲੇ, ਜਾਂ 600 ਤੋਂ ਘੱਟ ਬਲੇ ਨੇ 2 ਮਹੀਨੇ 'ਚ। ਕਿਸੇ ਬੰਦੇ ਨੇ ਕਿਹਾ ਤੇ ਲਿਆਓ, ਅਸੀਂ ਕਰਾ ਦਿੰਦੇ ਹਾਂ ਉਸੇ ਵੇਲੇ। ਤੇ ਤਲਵੀਰ ਜੀ ਜੇ ਕਹਿੰਦੇ ਨੇ ਤੇ ਆ ਕੇ ਮੇਰੇ ਨਾਲ ਡਿਸਕਸ ਕਰ ਲੈਣ,
ਜਾਂ ਸਾਡੇ ਜਿਹੜੇ ਮੰਤਰੀਆਂ ਨਾਲ ਡਿਸਕਸ ਕਰ ਰਹੇ ਨੇ ਓਪਨ ਉਹਨਾਂ ਨੂੰ ਜਿਹੜਾ ਇਨਵੀਟੇਸ਼ਨ ਆ ਲਿਆਉਣ ਕਿਹੜੇ ਬਿੱਲ ਨੇ। ਹੁਣ ਐਜ਼ ਐ ਇੰਟੈਲੈਕਚੁਅਲ ਵੇ ਐਜ਼ ਐ ਐਜੂਕੇਸ਼ਨਿਸਟ ਜਿਹੜਾ ਨੈਕਸਟ ਸਟੈਪ ਜਿਹੜਾ ਉਹ UGC ਦੀ ਗ੍ਰਾਂਟ ਕਮਿਸ਼ਨ ਤੋਂ ਬਾਅਦ ਅਗਲਾ ਕੀ ਜਿਹੜਾ ਹੋਏਗਾ? ਦੇਖੋ ਮੈਂ ਸਮਝਦਾ ਕਿ ਜਿਹੜੀ ਹਾਇਰ ਐਜੂਕੇਸ਼ਨ ਦੇ ਵਿੱਚ ਨਾ ਇੱਕ ਤੇ ਗ੍ਰਾਂਟ ਇਨ ਏਡ ਦੇ ਅੰਡਰ ਪੋਸਟਾਂ ਜਿਹੜੀਆਂ ਉਹ ਪੋਸਟ ਜਿਹੜੀਆਂ ਬੜੀਆਂ ਘੱਟ ਨੇ, ਠੀਕ ਹੈ 15% ਨੇ, ਕਿਉਂਕਿ ਬਾਕੀ ਸਾਰਾ ਖਰਚਾ ਜਿਹੜਾ ਹੈ ਕਾਲਜ ਦੀ ਬਿਲਡਿੰਗਸ ਦਾ, ਮੈਂ ਦੱਸਿਆ ਗਰਾਊਂਡਸ ਦਾ, ਲੈਬੋਰਟਰੀਜ਼ ਦਾ, ਲਾਇਬ੍ਰੇਰੀਜ਼ ਦਾ, ਇਹ 85% 80 ਤੋਂ 85% ਸਟੂਡੈਂਟ ਇਹਨਾਂ ਕਾਲਜਿਸ 'ਚ ਪੜ੍ਹ ਰਹੇ, ਏਡਡ ਤੇ ਅਨਏਡਡ ਪ੍ਰਾਈਵੇਟ ਐਫੀਲੀਏਟਡ ਕਾਲਜਿਸ, ਤੇ ਉਹ ਜ਼ਿਆਦਾ ਪੋਸਟ ਜਿਹੜੀ ਆ ਉਸ ਦਾਇਰੇ 'ਚ ਲਿਆਉਣੀਆਂ ਚਾਹੀਦੀਆਂ। ਗ੍ਰਾਂਟ ਜਿਹੜੀ ਉਹ ਰੈਗੂਲਰ ਕਰਨੀ ਚਾਹੀਦੀ ਹੈ ਤਾਂ ਕਿ ਇਹ ਕਾਲਜ ਡੁੱਬਣ ਨਾ। ਇਹਦੇ ਨਾਲ ਗੌਰਮੈਂਟ ਨੂੰ ਨਵੇਂ ਕਾਲਜ ਜਦੋਂ ਖੋਲ੍ਹਣੇ ਪਏ ਤੇ ਜ਼ਮੀਨ ਵੀ ਲੈਣੀ ਪਏਗੀ, ਬਿਲਡਿੰਗ ਵੀ ਲੈਣੀ ਪਏਗੀ ਔਰ ਸਾਰੇ ਖਰਚੇ ਹੋਰ ਵੀ ਕਰਨੇ ਪਏਗੀ। ਇਹ ਥੋੜ੍ਹਾ ਬਹੁਤ ਖਰਚੇ ਨੂੰ ਕਹਿੰਦੇ ਅਸੀਂ ਮਾਰਜਨਲ ਕਾਸਟ, ਕਿ ਐਡੀਸ਼ਨਲ ਕਾਸਟ ਘੱਟ ਹੈ ਔਰ ਐਡੀਸ਼ਨਲ ਬੈਨੀਫਿਟ ਬਹੁਤ ਜ਼ਿਆਦਾ ਹੈ, ਤੇ ਇਹ ਜਿਹੜਾ ਕਰਨਾ ਚਾਹੀਦਾ। ਔਰ ਜੋ ਵੀ ਅਧਿਆਪਕ ਇੱਕ ਫਾਰਮੂਲਾ ਬਣ ਜਾਣਾ ਚਾਹੀਦਾ ਕਿ ਅਧਿਆਪਕਾਂ ਦੀ ਜਿਹੜੀ ਪ੍ਰਮੋਸ਼ਨ ਆ 10-10 ਸਾਲ ਹੋ ਗਏ ਰੁਲਦੇ ਆ, ਕਦੀ ਸਟ੍ਰਾਈਕ ਕਰਦੇ ਨੇ, ਸਟੂਡੈਂਟਸ ਨੂੰ ਪੜ੍ਹਾਉਂਦੇ ਨਹੀਂ ਹੈ, ਔਰ ਕਿਉਂਕਿ ਉਹਨਾਂ ਨੂੰ 10-10 ਸਾਲ ਤੋਂ ਜਿਹੜਾ ਗ੍ਰੇਡ ਅੱਜ ਮਿਲਦਾ 10 ਸਾਲ ਬਾਅਦ ਮਿਲਿਆ ਤੇ ਨੈਚੁਰਲੀ ਉਹ ਰੌਲਾ ਪਾਉਣਗੇ। ਤਾਂ ਉਹਦੇ ਲਈ ਇੱਕ ਫੂਲ ਪ੍ਰੂਫ ਮੈਥਡ ਜਿਹੜਾ ਮੈਂ ਸੁਜੈਸਟ ਕਰਾਂਗਾ। ਔਰ ਭਗਵੰਤ ਸਰਕਾਰ ਕਿਉਂਕਿ ਐਜੂਕੇਸ਼ਨ ਦੇ ਪ੍ਰਤੀ ਔਰ ਪੰਜਾਬ ਦੇ ਪ੍ਰਤੀ ਜਿਹੜੀ ਵਫਾਦਾਰ ਹੈ, ਉਹਨਾਂ ਦੀ ਬਾਡੀ ਲੈਂਗੁਏਜ ਤੋਂ ਪਤਾ ਲੱਗਦਾ ਹੈ ਕਿ ਉਹ ਸੱਚੀ ਤੇ ਸੁੱਚੀ ਗੱਲ ਕਰਦੇ ਨੇ ਔਰ ਸੱਚੀ ਤੇ ਉੱਚੀ ਗੱਲ ਕਰਦੇ ਨੇ। ਤੇ ਇਹ ਸਾਰੀਆਂ ਪ੍ਰੋਬਲਮਸ ਜਿਹੜੀਆਂ ਨੇ ਉਹ ਹੱਲ ਬਹਿ ਕੇ ਟੀਚਰਸ ਯੂਨੀਅਨ ਨਾਲ ਬਹਿ ਕੇ ਗੱਲ ਕਰ ਲੈਣੀ ਚਾਹੀਦੀ ਹੈ। ਕਿਹੜੀਆਂ ਪ੍ਰੋਬਲਮ ਜਿਹੜੀਆਂ ਹੋ ਸਕਦੀਆਂ ਟਾਈਮ ਫਰੇਮ ਦੇ ਵਿੱਚ ਕਰ ਦਿਓ, ਹੌਲੀ ਹੌਲੀ ਹੋ ਜਾਣਗੇ। ਇੰਨੇ ਰਿਸੋਰਸਿਸ ਤਾਂ ਹੈ ਨਹੀਂ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਇਕੱਠੀਆਂ ਹੱਲ ਹੋ ਜਾਣ। ਔਰ ਇੱਕ ਪੈਨਸ਼ਨ ਹੈ ਟੀਚਰਸ ਦੀ, ਉਹ ਡਿਕਲਾਈਨਿੰਗ ਕੈਡਰ ਥੋੜ੍ਹੇ ਜਿਹੇ ਟੀਚਰ ਰਹਿ ਗਏ ਨੇ, ਸੁਪਰੀਮ ਕੋਰਟ 'ਚ ਕੇਸ ਲੱਗਾ ਤੇ ਉਹਦੇ 'ਤੇ ਵੀ ਵਿਚਾਰ ਵਟਾਂਦਰਾ ਹੋ ਸਕਦਾ। ਤਾਂ ਮੈਂ ਤਾਂ ਬ੍ਰਿਜ ਦੇ ਤੌਰ 'ਤੇ ਕੰਮ ਕਰ ਸਕਦਾ, ਪੁਲ ਦੇ ਤੌਰ 'ਤੇ ਕੰਮ ਕਰ ਸਕਦਾ। ਮੇਰੇ ਕੋਲ ਅਗਰ ਇਨਪੁਟ ਜਿਹੜੇ ਆ ਮੰਗੇ ਜਾਂਦੇ ਤਾਂ ਮੈਂ ਦੇ ਦੇਣਾ। ਤੇ ਐਜੂਕੇਸ਼ਨ ਜੇ ਅੱਗੇ ਵੱਧਦੀ ਹੈ ਤੇ ਸਾਰਾ ਰਾਜ ਅੱਗੇ ਵੱਧਦਾ। ਸੋ ਇਹ ਸਨ ਮਿਸਟਰ HS ਵਾਲੀਆ, ਐਜੂਕੇਸ਼ਨਿਸਟ, ਜੋ ਪਿਛਲੇ 40 ਵਰ੍ਹਿਆਂ ਤੋਂ ਐਜੂਕੇਸ਼ਨ ਵੀ ਦੇ ਰਹੇ ਨੇ ਤੇ ਨਾਲ ਐਜੂਕੇਸ਼ਨ ਨੂੰ ਸੁਧਾਰ ਵਾਸਤੇ ਸੰਘਰਸ਼ ਵੀ ਕਰ ਰਹੇ ਹਨ। UGC ਜਿਹੜਾ ਹੈ ਉਹਦੀ 7th ਪੇ ਕਮਿਸ਼ਨ ਜਿਹੜੀ ਹੈ ਸਰਕਾਰ ਵੱਲੋਂ ਲਾਗੂ ਕੀਤੀ ਗਈ, ਉਸ ਦੇ ਫਾਇਦੇ HS ਵਾਲੀਆ ਜੀ ਨੇ ਦੱਸੇ ਨੇ। ਕੁਝ ਮੁੱਦੇ ਹਾਲੇ ਵੀ ਨੇ ਜਿਹੜੇ ਕਿ ਹੱਲ ਕਰਨ ਵਾਲੇ ਨੇ, ਉਸ ਵਾਸਤੇ ਵੀ ਉਹਨਾਂ ਨੇ ਕਿਹਾ ਕਿ ਉਹ ਪੁੱਲ ਦਾ ਕੰਮ ਕਰਨਗੇ ਅਤੇ ਸਿਫਾਰਿਸ਼ ਜਿਹੜੀ ਹੈ ਸਰਕਾਰ ਅੱਗੇ ਕਰਨਗੇ। ਫ੍ਰੀ ਬੀਜ਼ ਵਾਲੇ ਵੀ ਉਹਨਾਂ ਨੇ ਗੱਲਾਂ ਦੱਸੀਆਂ ਕਿ ਫ੍ਰੀ ਬੀਜ਼ ਨਾਲ ਕੋਈ ਵੀ ਕਿਸੇ ਤੇ ਵਾਧੂ ਬੋਝ ਨਹੀਂ ਪਏਗਾ, ਬਲਕਿ ਇਸ ਦੇ ਨਾਲ ਸੁਸਾਇਟੀ ਦਾ ਜਿਹੜਾ ਹੈ ਉਹ ਸੁਧਾਰ ਹੋਏਗਾ, ਉਹਦੀ ਡਿਵੈਲਪਮੈਂਟ ਹੋਏਗੀ। ਸੋ ਆਉਣ ਵਾਲੇ ਸਮੇਂ 'ਚ ਦੇਖਦੇ ਹਾਂ ਜਿਹੜੀ ਵਾਲੀਆ ਸਾਹਿਬ ਨੇ ਗੱਲਾਂ ਕਹੀਆਂ ਨੇ ਉਹ ਕਿਸ ਤਰ੍ਹਾਂ ਪੂਰੀਆਂ ਹੁੰਦੀਆਂ ਹਨ, ਕਿਸ ਤਰ੍ਹਾਂ ਸੱਚ ਹੁੰਦੀਆਂ ਹਨ, ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ। ਕੈਮਰਾਮੈਨ ਗੁਰਦਿਆਲ ਸਿੰਘ ਦੇ ਨਾਲ ਅੰਮ੍ਰਿਤਸਰ ਤੋਂ ਪੰਜਾਬ ਕੇ TV ਲਈ ਕੁਲਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ।